कि जिस तरीके का यह घटनाक्रम पूरा जिवें शुरू होया 9 तरीक ਨੂੰ सीएम ਦੇ ਨਾਲ ਮੀਟਿੰਗ ਹੁੰਦੀ ਹੈ सीएम ਭਰੋਸਾ ਦਿੰਦੇ ਨੇ ਪਰ ਗੱਲ ਫਿਰ ਵੀ ਸਿਰੇ ਨਹੀਂ ਲੱਗਦੀ ਜੋ ਕਾਲ ਦਿੱਤੀ ਗਈ ਸਮੂਹਿਕ ਛੁੱਟੀ ਦੀ ਉਹ ਬਰਕਰਾਰ ਰਹਿੰਦੀ ਹੈ 2 ਦਿਨਾਂ ਦੇ ਵਿੱਚ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁੰਦੀ ਹੈ ਉਹਦੇ ਨਾਲ ਹਾਹਾਕਾਰ ਮਚ ਜਾਂਦੀ ਹੈ ਤੇ ਅਖੀਰ ਸਰਕਾਰ ਨੂੰ ਸਖਤ ਆਦੇਸ਼ ਜਾਰੀ ਕਰਨੇ ਪੈਂਦੇ ਨੇ ਭਾਵੇਂ ਬਾਅਦ ਦੇ ਵਿੱਚ ਫਿਰ ਮੀਟਿੰਗ ਦੇ ਜ਼ਰੀਏ ਹੀ ਇਹ ਮਸਲਾ ਜਿਹੜਾ ਸੀ ਉਹ ਸਿਰੇ ਲੱਗਿਆ ਪਰ ਕੀ ਸਮਝਦੀ ਹੈ ਸਰਕਾਰ ਜਾਂ ਕੀ ਸਮਝਦੇ ਨੇ ਮੁੱਖ ਮੰਤਰੀ कि यह सख्ती लाजमी सी इस डेडलॉक नूं तोड़न दे लई? देखो विजयपाल जी इस सारे पंजाबी जानते हैं कि आम आदमी पार्टी की करप्शन के उत्ते जीरो टॉलरेंस हैगी है उस करप्शन के मामले च भावें कोई अफसर होवे कोई साडा मंत्री होवे साडा MLA होवे कोई साबका मंत्री होवे किसी नूं भी असीं उत्ते बख्शांगे नहीं ना बख्शिया ते ना ही असीं बख्शांगे ਇਹ ਅੱਜ ਦਾ ਜਿਹੜਾ ਲੈਟਰ ਵੀ ਲਿਖਿਆ ਹੈ ਮੁੱਖ ਮੰਤਰੀ ਸਾਹਿਬ ਨੇ ਉਹਦਾ ਸੰਦੇਸ਼ ਬੜਾ ਸਪਸ਼ਟ ਹੈਗਾ ਔਰ ਬੜਾ ਕਰੜਾ ਹੈਗਾ ਜਿਸ ਤੁਸੀਂ ਖੁਦ ਦੱਸਿਆ ਕਿ 9 ਤਰੀਕ ਨੂੰ ਮੀਟਿੰਗ ਹੁੰਦੀ ਹੈ ਉੱਥੇ ਵੀ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਜਿਸ ਤਰੀਕੇ ਨਾਲ ਹੜਤਾਲ ਤੇ ਜਾਇਆ ਜਾਂਦਾ ਹੈ ਇਹ ਇੱਕ ਤਰੀਕੇ ਦੀ ਬਲੈਕਮੇਲਿੰਗ ਹੈ ਇਹ ਆਰਮ ਟਵਿਸਟ ਕਰਨ ਵਾਲੀ ਗੱਲ ਹੈਗੀ ਹੈ ਔਰ ਜਦੋਂ ਲੋਕਾਂ ਐਡਾ ਵੱਡਾ ਮੈਂਡੇਟ ਹੀ ਇਸ ਕਰਕੇ ਦਿੱਤਾ ਹੈਗਾ ਕਿ ਕਰਪਸ਼ਨ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਤਾਂ ਉਸ ਦੇ ਉੱਤੇ ਸਰਕਾਰ ਕੰਪਰੋਮਾਈਜ਼ ਕਿਵੇਂ ਕਰ ਲਵੇ ਸੋ ਇਸ ਕਰਕੇ ਜਿਹੜਾ ਇੰਨਾ ਸਪਸ਼ਟ ਸੰਦੇਸ਼ ਸੀ ਜਿਹਦੇ ਵਿੱਚ ਆਖਰੀ ਸ਼ਬਦ ਸ਼ਾਇਦ ਉਸ ਲੈਟਰ ਦਾ ਸੀ ਡਾਈਜ਼ ਨੌਨ ਇਸ ਦਾ ਮਤਲਬ ਇਹ ਹੈਗਾ ਕਿ ਜੇਕਰ ਕੋਈ PCS ਅਫਸਰ ਜਿਹੜਾ ਹੈਗਾ ਉਹ ਆਪਣੀ ਡਿਊਟੀ ਤੇ ਵਾਪਸ ਨਹੀਂ ਆਉਂਦਾ ਤਾਂ ਨੈਚੁਰਲੀ ਉਹਦੀ ਸਰਵਿਸ ਦੇ ਵਿੱਚ ਬ੍ਰੇਕ ਮੰਨਿਆ ਜਾਏਗਾ ਉਹਦਾ ਜਿਹੜਾ ਤਜਰਬਾ ਹੈ ਚਾਹੇ ਉਹ 4 ਸਾਲ ਦਾ ਕੋਈ 10 ਸਾਲ ਦਾ ਕੋਈ 12 ਸਾਲ ਦਾ ਉਹ ਜ਼ੀਰੋ ਹੋ ਜਾਏਗਾ ਠੀਕ ਹੈ ਨਾ ਕਾਰਨ ਕੀ ਹੈਗਾ ਇਹ ਫੈਸਲਾ ਕਿਉਂ ਲੈਣਾ ਪਿਆ ਐਸਾ ਨਹੀਂ ਕਿ ਸਾਰੇ ਹੀ ਅਫਸਰ ਕਰਪਟ ਹੈਗੇ ਹੈ ਬਿਲਕੁਲ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਸਾਰਿਆਂ ਨੂੰ ਇੱਕੇ ਰੱਸੇ ਤਾਂ ਨਹੀਂ ਲਿਆ ਜਾ ਸਕਦਾ ਨਹੀਂ ਦੇਖੋ ਹੁੰਦਾ ਕੀ ਹੈਗਾ ਸਾਰਿਆਂ ਨੂੰ ਇੱਕੋ ਰਸੇ ਨਹੀਂ ਲਿਆ ਜਾ ਸਕਦਾ ਅੱਜ ਜੇ ਪੰਜਾਬ ਚੱਲ ਰਿਹਾ ਤਾਂ ਉਹਨਾਂ ਇਮਾਨਦਾਰ ਅਫਸਰਾਂ ਦੀ ਬਦੌਲਤ ਚੱਲ ਰਿਹਾ ਜੇ ਅਫਸਰ ਕਾਡਰ ਉਹ ਹਮੇਸ਼ਾ ਸਰਕਾਰ ਦਾ ਹਿੱਸਾ ਹੁੰਦਾ ਉਹ ਹੜਤਾਲ ਕਿਵੇਂ ਕਰ ਸਕਦੇ ਨੇ ਉਹ ਕਿਵੇਂ ਲੋਕਾਂ ਨੂੰ ਖੱਜਲ ਖੁਆਰੀ ਕਰ ਸਕਦੇ ਹੈਗੇ ਆ ਔਰ ਵੈਸੇ ਵੀ ਕੋਈ ਵੀ ਐਸੋਸੀਏਸ਼ਨ ਹੋਵੇ ਕੋਈ ਵੀ ਯੂਨੀਅਨ ਹੋਵੇ ਉਹ ਕਰਪਸ਼ਨ ਦੀ ਹਮਾਇਤ ਕਿੱਦਾਂ ਕਰ ਸਕਦੀ ਹੈਗੀ ਹੈ ਕੀ ਮਤਲਬ ਡੈਮੋਕ੍ਰੇਸੀ ਦਾ ਮਤਲਬ ਇਹ ਥੋੜਾ ਹੈਗਾ ਕਿ ਤੁਸੀਂ ਜਿਹਨੇ ਕਹੇ ਜਿਹੜੀ ਕਰਪਸ਼ਨ ਹੈ ਉਹ ਲੀਗਲਾਈਜ਼ ਹੋ ਜਾਵੇ ਉਹਦਾ ਤੁਹਾਨੂੰ ਹੱਕ ਮਿਲ ਜਾਵੇ ਠੀਕ ਹੈ ਨਾ ਇਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈਗੀ ਹੈ ਠੀਕ ਹੈ ਨਾ ਇਹ ਥੋੜਾ ਹੈ ਕਿ ਲੋਕਾਂ ਨੂੰ ਲੁੱਟੋ ਤੁਸੀਂ ਸਰਕਾਰੀ ਖਜ਼ਾਨਾ ਲੁੱਟੋ ਆਪਣੇ ਘਰ ਭਰੋ ਹਾਂ ਇਹ ਗੱਲ ਬਿਲਕੁਲ ਜਾਨੀ ਕਿ ਮੁੱਖ ਮੰਤਰੀ ਸਾਹਿਬ ਨੇ ਉਸ ਦਿਨ ਵੀ ਆਖਿਆ ਸੀ ਹਰ ਜਾਨੀ ਕਿ ਕੇਸ ਦੇ ਵਿੱਚ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈਗਾ ਉਹ ਕੀਤਾ ਜਾਂਦਾ ਹੁਣ ਵੀ ਕੀਤਾ ਜਾਏਗਾ ਜੇ ਉੱਥੇ ਕੁਤਾਹੀ ਹੈਗੀ ਹੈ ਉਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈਗੀ ਹੈ ਵੈਸੇ ਵੀ ਤੁਸੀਂ ਦੇਖੋ ਜੇ ਅਫਸਰ ਨੂੰ ਫੜਿਆ ਸੀ ਉਸ ਅਫਸਰ ਨੂੰ ਵਿਜੀਲੈਂਸ ਨੇ ਫੜਿਆ ਅਦਾਲਤ ਵਿੱਚ ਪੇਸ਼ ਕੀਤਾ 4 ਦਿਨਾਂ ਦਾ ਰਿਮਾਂਡ ਦਿੱਤਾ ਅਦਾਲਤਾਂ ਵੀ ਤਾਂ ਇਹੀ ਚੀਜ਼ਾਂ ਦੇਖਣ ਵਾਸਤੇ ਹੁੰਦੀਆਂ ਨੇ ਕਿ ਕਿਸੇ ਨਾਲ ਕੋਈ ਗਲਤ ਤਾਂ ਨਹੀਂ ਹੋ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਇਸ ਤੋਂ ਅੱਜ ਸੰਦੇਸ਼ ਬੜਾ ਸਪਸ਼ਟ ਹੈਗਾ ਕਿ ਕਰਪਸ਼ਨ ਦੇ ਉੱਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਟੋਲਰੈਂਸ ਉਹ ਨਹੀਂ ਰੱਖ ਸਕਦੇ ਹੈਗੇ ਔਰ ਸਾਡੇ ਤੋਂ ਕੋਈ ਉਮੀਦ ਵੀ ਨਾ ਕਰੇ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਦੇ ਵਿੱਚ ਕਰਪਸ਼ਨ ਦਾ ਕੋਈ ਥਾਂ ਨਹੀਂ ਹੈ ਜੇ 92 ਸੀਟਾਂ ਦੇ ਵਿੱਚ ਲੋਕਾਂ ਨੇ ਦਿੱਤੀਆਂ ਨੇ ਉਹ ਇਸੇ ਕਰਕੇ ਦਿੱਤੀਆਂ ਨੇ ਕਰਪਸ਼ਨ ਤੋਂ ਓਕੇ जी मैं चन्नी साहब बैठे ने SS चन्नी साहब बैठे ने चन्नी साहब थोड़ा लंबा चौड़ा तजर्बा है ब्यूरोक्रेसी का ਤੁਸੀਂ ਇਸ ਵੇਲੇ ਬੀਜੇਪੀ ਦੇ ਨਾਲ ਜੁੜੇ ਹੋਏ ਹੋ ਔਰ ਬਿਊਰੋਕ੍ਰੇਸੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਤੁਸੀਂ ਰਹੇ ਹੋ ਪੰਜਾਬ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਕੰਮ ਕੀਤਾ ਪਿਛਲੇ ਸਮਿਆਂ ਦੇ ਵਿੱਚ ਸੋ ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਜੋ ਨੀਲ ਗਰਗ ਜੀ ਨੇ ਗੱਲ ਕੀਤੀ ਜੋ CM ਵੱਲੋਂ ਸਖਤ ਸੰਦੇਸ਼ ਦਿੱਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜੇ ਵਾਪਸ ਨਾ ਆਏ ਤਾਂ ਫਿਰ ਸਸਪੈਂਸ਼ਨ ਦੇ ਲਈ ਤਿਆਰ ਰਹਿਣ ਜਿਸ ਸ਼ਬਦ ਦਾ ਜ਼ਿਕਰ ਕੀਤਾ ਗਿਆ ਡਾਇਸ ਨੌਨ उस शब्द तो बाद ज्यादा जिहड़ा सख्ती सरकार दी है वो सामने आई और फिर मीटिंगां भी चलियां ते फटाफट सब कुछ सॉर्ट आउट भी हो गया देखो जिहड़ा अपना आपां इक संविधान दे नाल चलदे हैं जी और हरेक जिहड़ा वैल्यू सिस्टम है साडा उहदे मुताबिक कोई आम नागरिक कोई अफसर कोई पोलीटिकल पार्टी कोई करिंदा किसी भी लैवल ते चाहे कोई अफसर वड्डा है छोटा है कोई बंदा करप्शन की हमायत नहीं कर सकता ते ना ही हुण करनी बनती ठीक है तो ये जिहड़े पुलिस अफसर हैगे ने इन्हां ने एक बहुत मंदभागा स्टैंड लै लिया कि करप्शन की हमायत दे विच एक तरह नाल आ गए कुछ हद तक इन्हां दी जिहड़ी गल सी ओह किसी हद तक ठीक सी जिहड़ी कि अज एक जिहड़ी कमेटी बनी है चीफ सैकटरी दी ते उन्हां ने SOPs नूं किहा दुबारा ਇਹ ਦੇਖੋ ਉਹਦੇ ਵਿੱਚ ਕਿਤੇ ਨਾ ਕਿਤੇ ਰੈਲੇਵੈਂਟ ਲੱਗਦੀ ਹੈ ਕਿਉਂਕਿ ਦੇਖੋ ਇਹਦੇ ਚ ਕਈ ਮਸਾਲਾ ਹੈਗੀਆਂ ਨੇ ਜਿਵੇਂ ਆਪਣੇ ਪ੍ਰੈਜ਼ੀਡੈਂਟ ਚੀਫ ਸੈਕਟਰੀ ਨੇ ਇਹਨਾਂ ਨੂੰ ਤੇ ਵੀ ਰੇਡ ਹੋਈ ਅਰੈਸਟ ਹੋ ਗਏ ਸੀ ਤੇ ਫਿਰ ਬੜੇ ਸਾਲਾਂ ਬਾਅਦ ਪ੍ਰੋਸੀਕਿਊਸ਼ਨ ਸੈਕਸ਼ਨ ਨਹੀਂ ਮਿਲੀ
ਪਰ ਅਫਸਰ ਦਾ ਜਲੂਸ ਤਾਂ ਨਿਕਲ ਗਿਆ। ਫਿਰ ਆਪਣੇ ਆਈਐਸ ਅਫਸਰ ਵਿਕਾਸ ਗਰਗ ਸੀ, ਉਹ ਵੀ 6 ਮਹੀਨੇ ਅੰਦਰ ਲਾਏ। ਉਸ ਤੋਂ ਬਾਅਦ ਉਹਦੀ ਪ੍ਰੋਸੀਕਿਊਸ਼ਨ ਨਹੀਂ ਦਿੱਤੀ ਗਈ। ਤਾਂ ਗੱਲ ਇਹ ਹੈਗੀ ਹੈ ਕਿ ਦੇਖੋ ਅਫਸਰ ਇਹਨਾਂ ਦੇ ਹੈ, ਸਰਕਾਰ ਇਹਨਾਂ ਦੀ ਹੈ, ਜਿਹੜੀ ਮਨਜ਼ੂਰੀ ਪਹਿਲਾਂ ਦੇਣੀ ਉਹ ਵੀ ਇਹਨਾਂ ਨੇ ਦੇਣੀ ਹੈ, ਜਿਹੜੀ ਬਾਅਦ ਚ ਦੇਣੀ ਹੈ ਉਹ ਵੀ ਇਹਨਾਂ ਨੇ ਦੇਣੀ ਹੈ। ਤੇ ਕੁਝ 3-4 ਜਗ੍ਹਾ ਇਹੋ ਜਿਹੀਆਂ ਹੈਗੀਆਂ ਨੇ, ਜਿਵੇਂ ਕੋਈ ਰੱਗੇ ਹੱਥੀਂ ਫੜਿਆ ਜਾਵੇ ਜਾਂ ਕੋਈ ਇਸ ਤਰ੍ਹਾਂ ਦੇ ਹੈਗੀਆਂ ਨੇ, ਉਹ ਚ ਗਵਰਨਮੈਂਟ ਆਫ ਇੰਡੀਆ ਨੇ ਵੀ ਸਖਤ ਦਿੱਤੀਆਂ ਨੇ। ਆਨਰੇਬਲ ਸੁਪਰੀਮ ਕੋਰਟ ਦੀ ਵੀ ਜੱਜਮੈਂਟਸ ਹੈਗੀਆਂ ਨੇ, ਹਾਈ ਕੋਰਟ ਦੀਆਂ ਵੀ ਹੈਗੀਆਂ ਨੇ ਵੀ ਉਹਨਾਂ ਦੇ ਵਿੱਚ 17A ਦੀ ਜਿਹੜੀ ਮਨਜ਼ੂਰੀ ਹੈ ਨਹੀਂ ਚਾਹੀਦੀ। ਪਰ ਜੇ ਕੋਈ ਬੰਦਾ ਇਹ ਇਤਰਾਜ਼ ਕਰਦਾ ਹੈ ਵੀ ਸਾਨੂੰ ਇਹ ਭਾਈ ਤੁਸੀਂ ਦੇਖ ਲਓ, ਤੇ ਉਹ ਦੇਖਣ ਦੇ ਵਿੱਚ ਮਿਸਲਾ ਹੈ। ਮੇਰੀ ਮੰਨਤਾ ਹੈਗੀ ਵੀ ਇਹ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ। ਤੇ ਜਿਹੜਾ ਇੰਨਾ ਵਖਰੇਵਾਂ ਪੈਦਾ ਹੋ ਗਿਆ, ਉਹ ਤਾਂ ਸੀਐਮ ਸਾਹਿਬ ਨੇ ਕਹਿ ਹੀ ਦਿੱਤਾ ਸੀ ਜੀ 9 ਤਰੀਕ ਦੀ ਮੀਟਿੰਗ 'ਚ ਚੰਨੀ ਸਾਹਿਬ, ਉਹ ਤਾਂ ਕਹਿ ਹੀ ਦਿੱਤਾ ਸੀ ਸੀਐਮ ਸਾਹਿਬ ਨੇ। ਕੀ ਤੁਸੀਂ ਸਮਝਦੇ ਹੋ ਕਿ ਉਸ ਤੋਂ ਬਾਅਦ ਫਿਰ ਸਮੂਹਿਕ ਛੁੱਟੀ ਤੇ ਜਾਣਾ ਬਣਦਾ ਸੀ? ਨਹੀਂ, ਉਹ ਦੇਖੋ ਇਹ ਤਾਂ ਤਾਲਮੇਲ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਅੱਜ ਜਿਹੜਾ ਮੁਖੀ ਹੈ, 1 ਨੰਬਰ ਮੁਖੀ ਹੈ ਸਰਦਾਰ ਭਗਵੰਤ ਸਿੰਘ ਮਾਨ ਬੀਇੰਗ ਚੀਫ ਮਿਨਿਸਟਰ, ਫਿਰ ਚੀਫ ਸੈਕਟਰੀ ਹੈ। ਤਾਂ ਇਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਉਸੇ ਦਿਨ ਹੀ ਇਹ ਕੰਮ ਜਾਂ ਤਾਂ ਮੁਕਾ ਦਿੰਦੇ ਤੇ ਜਾਂ ਉਹਨਾਂ ਨਾਲ ਜਿਹੜੀ ਗੱਲ ਕਰਕੇ ਸਾਰੀ ਸਿਰੇ ਲਾ ਦਿੰਦੇ, ਤਾਂ ਕਿ ਇਹ ਗੱਲ ਵਿੱਚ ਨਾ ਰਹਿੰਦੀ। ਤੇ ਜਿਹੜੀ ਅੱਜ ਕਮੇਟੀ ਬਣੀ ਹੈ ਤੇ ਉਹਨੇ ਕਿਹਾ ਵੀ ਆਹ ਚੀਜ਼ਾਂ ਦੇਖੀਆਂ ਜਾਣਗੀਆਂ, ਚੀਫ ਸੈਕਟਰੀ ਨੇ ਅੱਜ ਕਮੇਟੀ ਬਣਾਈ ਹੈ ਨਾ, ਉਹਦੇ ਮੁਤਾਬਕ ਜਿਹੜਾ ਫੈਸਲਾ ਫਿਰ ਵਿਡਰਾਅ ਹੋਈ ਜਿਹੜੀ ਇਹ ਕਾਲ। ਤੁਸੀਂ ਵੀ ਦੇਖੋ ਵੱਡੇ ਅਹੁਦਿਆਂ ਤੇ ਰਹੇ ਹੋ, ਜੇ ਤੁਹਾਨੂੰ ਕੋਈ ਆ ਕੇ ਉਸ ਵੇਲੇ ਮਿਲਦਾ ਸੀ ਕਿ ਤੁਸੀਂ ਇਸ ਦੀ ਜਾਂਚ ਕਰਵਾਓ ਤਾਂ ਉਹਦੇ ਤੇ ਸਮਾਂ ਤੇ ਲੱਗਦਾ ਹੈ, ਉਹ ਇੱਕ ਦਿਨ ਦੇ ਵਿੱਚ ਤੇ ਨਹੀਂ ਹੁੰਦਾ ਸਭ ਕੁਝ। ਨਹੀਂ, ਤੁਸੀਂ ਮੇਰੀ ਗੱਲ ਮੈਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਇਹ ਇਤਰਾਜ਼ ਸੀਗਾ ਵੀ ਜਿਹੜੀ ਪ੍ਰੀਵੀਅਸ ਜਿਹੜੀ 17A ਦੀ ਜਿਹੜੀ ਹੈਗੀ ਹੈ ਮਨਜ਼ੂਰੀ, ਉਹ ਪਹਿਲਾਂ ਲੈਣੀ ਚਾਹੀਦੀ ਸੀ। ਇਹਨਾਂ ਨੂੰ ਕਨਵਿੰਸ ਕਰ ਦੇਣਾ ਚਾਹੀਦਾ ਸੀ ਵੀ ਇਸ ਕੇਸ ਦੇ ਵਿੱਚ 17A ਦੀ ਮਨਜ਼ੂਰੀ ਨਹੀਂ ਲੈਣੀ ਬਣਦੀ ਐਜ਼ ਪਰ ਦੀ ਜਜਮੈਂਟਸ ਆਫ ਦੀ ਆਨਰੇਬਲ ਸੁਪਰੀਮ ਕੋਰਟ, ਤੇ ਗੱਲ ਖਤਮ ਹੋ ਜਾਂਦੀ। ਠੀਕ ਹੈ, ਮੈਂ ਇਹ ਕਹਿੰਦਾ ਕਿ ਜਿਹੜੀ ਗੱਲ ਅਸਲੀ ਮੈਂ ਕਹਿਣੀ ਚਾਹੁੰਦਾ ਉਹ ਹੈਗਾ ਕਿ ਜਿਹੜੇ ਹੱਥ ਪੈਰ ਨੱਕ ਕੰਨਾਂ ਅੱਖ ਹੁੰਦੇ ਨੇ, ਉਹ ਬਿਊਰੋਕ੍ਰੇਸੀ ਹੁੰਦੀ ਸਰਕਾਰ ਦੀ। ਸੀਐਮ ਸਾਹਿਬ ਤਾਂ ਨਹੀਂ ਜਾਂਦੇ ਹਰ ਜਗ੍ਹਾ, ਜਿਹੜੀ ਹਰੇਕ ਜਿਹੜੀ ਪਾਲਿਸੀ ਆ ਉਹ ਤਾਂ ਤੁਹਾਡੀ ਜਿਹੜੇ ਅਫਸਰ ਆ ਉਹ ਇੰਪਲੀਮੈਂਟ ਕਰਦੇ ਨੇ, ਲੋਕਾਂ ਨੂੰ ਉਹ ਸੁਣਦੇ ਨੇ। ਹੁਣ ਆਪਾਂ ਜਿਵੇਂ ਕਹੀ ਜਾਈਏ ਵੀ ਜੀ ਜਿਹੜਾ ਪੁਲਿਸ ਅਫਸਰ ਚੀਫ ਹੈ ਬਹੁਤ ਵਧੀਆ, ਪਰ ਜਿਹੜਾ ਸੜਕ ਤੇ ਹੈ ਉਹ ਤਾਂ ਕਾਂਸਟੇਬਲ ਉਹਨੂੰ ਮੀਟ ਕਰਦਾ ਨਾ ਜੀ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਇੱਕ ਟੀਮ ਬਣੀ ਹੈਗੀ ਆ, ਇਹਦੇ ਵਿੱਚ ਜੇ ਤਰੇੜ ਅਵੋਇਡ ਹੋ ਸਕਦੀ ਸੀ ਤਾਂ ਇਹ ਕਰ ਲੈਣੀ ਚਾਹੀਦੀ ਸੀ, ਕਿਉਂਕਿ ਇਹਦੇ ਨਾਲ ਕੀ ਹੋਏਗਾ ਕਿ ਇੱਕ ਤਰ੍ਹਾਂ ਦਾ ਮਿਸਟਰਸਟ, ਜਿਵੇਂ ਆਪਾਂ ਕਹਿੰਦੇ ਵੀ ਜ਼ਖਮ ਦਾ ਭਰ ਜਾਂਦਾ ਤਰੇੜ ਨਹੀਂ ਭਰਦੀ, ਤਾਂ ਉਹ ਚੀਜ਼ ਅਵੋਇਡੇਬਲ ਸੀਗੀ। ਉਹ ਚਲੋ ਹੁਣ ਇਹਨਾਂ ਨੇ ਤੱਗਾ ਕੀਤਾ ਸੀਐਮ ਸਾਹਿਬ ਨੇ ਕਿ ਉਹ ਆਪਣਾ ਜਿਹੜਾ ਸਖਤ ਆਰਡਰ ਕੀਤੇ ਨੇ, ਉਹਦੇ ਨਾਲ ਉਹ ਵਾਪਸ ਵੀ ਚਲੇ ਗਏ ਨੇ। ਪਰ ਇਹ ਚੀਜ਼ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਜਿਹੜਾ ਟਰਸਟ ਹੈਗਾ, ਜਿਹੜਾ ਮਿਊਚੁਅਲ ਟਰਸਟ ਹੈਗਾ, ਉਹਨੂੰ ਬਰਕਰਾਰ ਰੱਖਣਾ ਹੋਵੇ। ਹੁਣ ਅੱਜ ਈਵਨ ਬੀਜੇਪੀ ਨੇ ਤਾਂ ਥਾਂ ਧਰਨੇ ਪ੍ਰਦਰਸ਼ਨ ਕੀਤੇ ਵੀ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਇਹ ਅਵੋਇਡੇਬਲ ਚੀਜ਼ ਸੀਗੀ। ਮੇਰਾ ਕਹਿਣ ਦਾ ਮਤਲਬ ਇਹ ਹੈਗਾ। ਤੇ ਇੱਕ ਹੋਰ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਪੈਰਾਮੀਟਰ ਨੇ, ਹੁਣ ਇਹ ਬਹੁਤ ਚੰਗਾ ਲੱਗਦਾ ਕਿ ਸੁਣਨ ਨੂੰ ਵੀ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ, ਠੀਕ ਹੈ, ਬਹੁਤ ਅੱਛੀ ਗੱਲ ਹੈ। ਪਰ ਕੀ ਇਸ ਗੱਲ ਦੇ ਉੱਪਰ ਇਹ ਸਰਕਾਰ ਆਪ ਦੀ ਉਤਰ ਰਹੀ ਹੈ? ਹੁਣ ਤੁਸੀਂ ਇਹ ਦੇਖੋ, ਵਿਜੇ ਸਿੰਘਲਾ ਨੂੰ ਫੜ ਲਿਆ, ਉਹਦਾ ਐਵੀਡੈਂਸ ਵੀ ਭਗਵੰਤ ਮਾਨ ਜੀ ਕੋਲ ਹੈ, ਉਹ ਅੱਜ ਤੱਕ ਨਸ਼ਰ ਨਹੀਂ ਹੋਇਆ। ਉਹਨੂੰ ਉਹ ਚਾਰਜ ਸ਼ੀਟ ਪੇਸ਼ ਨਹੀਂ ਕੀਤੀ, ਉਹਨੂੰ ਜ਼ਮਾਨਤ ਦਿਲਾਤੀ। ਉਹ ਹਰੇਕ ਮੀਟਿੰਗ ਦੇ ਵਿੱਚ ਹਿੱਸਾ ਹੈ, ਉਹ ਕਹਿੰਦਾ ਮੇਰੇ ਤੇ ਖਿਲਾਫ ਕੋਈ ਕੁਝ ਕੱਢ ਦੋ, ਮੈਂ ਸਾਰੀ ਦੁਨੀਆ ਨੂੰ ਚੈਲੰਜ ਕਰਦਾ। ਫਿਰ ਸਰਾਰੀ ਸਾਹਿਬ ਵੀ 4 ਮਹੀਨੇ ਲਟਕੇ ਰਹੇ, ਉਹਨਾਂ ਦੀ ਵੀ ਆਡੀਓ ਜਿਹੜੀ ਸੀ ਉਹ ਵਾਇਰਲ ਹੋਈ। ਉਹਨੂੰ ਇਹ ਕਹਿੰਦੇ ਵੀ ਸਾਡੀ ਪਾਰਟੀ ਜਿਹੜੀ ਹੈਗਾ ਉਹ ਨੋਟਿਸ ਦੇ ਕੇ ਜਵਾਬ ਲਊਗੀ ਕਿ ਜਿਹੜੇ ਇਹੋ ਜਿਹੇ ਕਰਪਸ਼ਨ ਰਿਲੇਟਡ ਮੈਟਰਸ ਨੇ ਉਹਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਨੂੰ ਪਿਆਰ ਹੈਗਾ। ਠੀਕ ਹੈ, ਉਹ ਵੀ ਕੰਮ ਵਿਜੀਲੈਂਸ ਦਾ ਸੀਗਾ, ਉਹ ਵੀ ਕੰਮ ਪੁਲਿਸ ਦਾ ਸੀਗਾ। ਇਹਨਾਂ ਨੇ ਉਹ ਮਤਲਬ ਜਿਹੜੇ ਦੋਹਰੇ ਸਟੈਂਡਰਡ ਨੇ ਨਾ, ਉਹਨਾਂ ਤੋਂ ਲੋਕਾਂ ਨੂੰ ਜ਼ਰੂਰ ਮਾਯੂਸੀ ਹੁੰਦੀ ਹੈ। ਗਰਗ ਸਾਹਿਬ ਨੋਟ ਕਰ ਲਓ, ਮੈਂ ਤੁਹਾਡੇ ਕੋਲੇ ਜਵਾਬ ਲੈਣ ਆਉਂਗਾ। ਮੈਂ ਗੋਲਡੀ ਜੀ ਬੈਠੇ ਆ ਔਰ ਜਸਵਿੰਦਰ ਜੀ ਬੈਠੇ, ਇੱਕ ਕਮੈਂਟ ਲੈ ਲਾਂ। ਵਿਨਰਜੀਤ ਗੋਲਡੀ, ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਨੂੰ, ਜਾਂ ਜੋ ਗੱਲ ਚੰਨੀ ਸਾਹਿਬ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਰਹੇ ਨੇ? ਬਿਲਕੁਲ ਬਰਾੜ ਸਾਹਿਬ, ਪਹਿਲੀ ਗੱਲ ਤਾਂ ਇਹ ਕਿ ਅਕਾਲੀ ਦਲ ਕਦੇ ਵੀ ਇਹੋ ਜਿਹੀ ਗੱਲ ਦੀ ਹਮਾਇਤ ਨਹੀਂ ਕਰਦਾ ਕਿ ਜਿੱਥੇ ਕਰਪਸ਼ਨ ਦੀ ਗੱਲ ਹੋਵੇ ਜਾਂ ਕਰਪਸ਼ਨ ਕਿਸੇ ਨੇ ਕੀਤੀ ਹੋਵੇ। ਪਰ ਇੱਥੇ ਸਵਾਲ ਬੜੇ ਉੱਠਦੇ ਨੇ, ਕਿਉਂਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਰਕਾਰ ਜਿਹੜੀ ਆ ਯੂ ਟਰਨ ਦੀ ਸਰਕਾਰ ਹੈ। ਇਹ ਇੱਕ ਮੁੱਦੇ ਬਣਾਉਣ ਵਾਲੀ ਸਰਕਾਰ ਹੈ, ਮੁੱਦੇ ਹੱਲ ਕਰਨ ਵਾਲੀ ਸਰਕਾਰ ਨਹੀਂ ਹੈ। ਇਹਨਾਂ ਨੇ ਮੇਰੇ ਤੋਂ ਪਹਿਲਾਂ ਚੰਨੀ ਸਾਹਿਬ ਦੀ ਗੱਲ ਨੂੰ ਵੱਡੀ ਕਰਦਾ ਕਿ ਜਿਹੜੀਆਂ SOPs ਦੀ ਗੱਲ ਕੀਤੀ, ਜਾਂ ਇਹਨਾਂ ਵਿਜੇ ਸਿੰਘਲੇ ਦੀ ਗੱਲ ਕੀਤੀ, ਜਾਂ ਸਰਾਰੀ ਸਾਹਿਬ ਦੀ ਗੱਲ ਕੀਤੀ, ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿ ਸਰਕਾਰ ਨੂੰ ਪਹਿਲਾਂ ਪਤਾ ਨਹੀਂ ਹੈਗਾ ਕਿ ਕੀ ਨੇ। ਜੇ ਅੱਜ ਵਿਜੇ ਸਿੰਘਲਾ ਇਹਨਾਂ ਦੀ ਮੀਟਿੰਗਾਂ 'ਚ ਪੈਂਦਾ, ਸਰਾਰੀ ਤੇ ਤਾਂ ਕਹਿੰਦੇ ਨੇ ਅਸੀਂ ਜਿਹੜੀ ਆ ਉਹਦੀ ਇਨਕੁਆਇਰੀ ਕਰਾ ਕੇ ਪਰਚਾ ਕਰਾਂਗੇ, ਤੇ ਇਸ ਵੀ RTA ਤੋਂ ਕਿ ਡਾਇਰੈਕਟ ਉਹਨਾਂ ਤੋਂ ਪੈਸੇ ਫੜੇ ਗਏ, ਇਹ ਵੀ ਤਾਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਕਿਹਾ ਕਿ ਇਸ ਤਾਂ ਜੀ ਕਿਸੇ ਦੇ ਥਰੂ ਬੰਦੇ ਦੇ ਚੈਨਲ ਤੇ ਚੱਲਿਆ ਇਹ ਕੰਮ,
ਮੈਂ ਇੰਨਾ ਪੁੱਛਣਾ ਚਾਹਣਾ, ਗਰਗ ਸਾਹਿਬ ਬੈਠੇ ਨੇ, ਇਹ ਤਾਂ ਭਗਵੰਤ ਮਾਨ ਦਾ ਜੂਠਾ ਖਾ ਕੇ ਨਾ ਲੱਗ ਜਾਂਦੇ ਨੇ ਵੀ ਭਗਵੰਤ ਮਾਨ ਐ ਕਰਦਾ। ਮੈਨੂੰ ਇਹੋ ਜਿਹਾ ਇੱਕ ਚੀਜ਼ ਦੱਸ ਦਿਓ, ਬਲੈਕਮੇਲਿੰਗ ਵਾਲੀ ਅੱਜ ਸਮੂਹ ਛੁੱਟੀ ਦੇ ਗਏ, ਕਿੰਨੇ ਲੋਕ ਖੱਜਲ ਖੁਆਰ ਹੋਏ। ਫਿਰ ਅੱਜ ਦੀ ਇੱਕ ਅਖਬਾਰ ਦੇ ਵਿੱਚ ਹੈਡਲਾਈਨ ਲੱਗੀ ਹੋਈ ਹੈ, ਉਸ ਹੈਡਲਾਈਨ 'ਚ ਲਿਖਿਆ ਗਿਆ ਹੈ ਕਿ ਮੀਟਿੰਗ ਦੇ ਵਿੱਚ ਨੀਲਿਮਾ ਜਿਹੜੀ ਆਪਣੇ ਆਈਐਸ ਫੜੀ ਸੀ, ਉਹਦੇ ਕੇਸ 'ਚ ਸੀਐਮ ਨੂੰ ਜਦੋਂ ਕਿਸੇ ਆਈਐਸ ਨੇ ਬਰੀਫ ਕੀਤਾ ਤਾਂ ਜਿਹੜਾ ਸੀਐਮ ਸਾਹਿਬ ਸੀ ਉਹ ਕਹਿੰਦੇ ਮੈਨੂੰ ਤਾਂ ਇਸ ਕੇਸ ਬਾਰੇ ਪਤਾ ਹੀ ਨਹੀਂ। ਦੂਜੀ ਗੱਲ ਹੋਈ ਕਿ ਉਸੇ ਆਈਐਸ ਨੇ ਕਿਹਾ ਕਿ ਤੁਹਾਡੇ ਮੰਤਰੀ ਨੇ 20 ਲੱਖ ਰੁਪਇਆ ਜਿਹੜਾ ਸਾਡੇ ਤੋਂ ਤੁਸੀਂ ਜਿਹੜੀ ਗੁਜਰਾਤ ਇਲੈਕਸ਼ਨ ਵਾਸਤੇ ਇਕੱਠਾ ਨਹੀਂ ਕੀਤਾ। ਇਹ ਅਖਬਾਰ ਦੀ ਕਟਿੰਗ ਹੈ, ਹੈਡਲਾਈਨ ਹੈ ਅੱਜ ਦੀ। ਕੀ ਇਹ ਜਿਹੀਆਂ ਗੱਲਾਂ ਤੇ ਜਿਹੜਾ ਭਗਵੰਤ ਮਾਨ ਸਰਕਾਰ ਸੋਚਦਾ, ਇਹ ਗੱਲ ਜਿਹੜੀ ਹੈ ਇੱਕ ਪਲੈਨਿੰਗ ਦੇ ਤਹਿਤ ਅੱਜ ਕੀ ਹੈ, ਮੀਟਿੰਗ ਦਾ ਦੌਰ ਜਿਹੜੀ ਆ ਉਹ ਪਹਿਲਾਂ ਵੀ ਹੋ ਸਕਦਾ ਸੀ, ਇਹ ਸਮੂਹਿਕ ਛੁੱਟੀ ਤੇ ਜਾਣ ਦੀ ਗੱਲ ਨਹੀਂ ਬਣਨੀ ਸੀ, ਪਰ ਕੀ ਹੈ ਇਹ ਉਹਨੂੰ ਪਹਿਲਾਂ ਮੁੱਦੇ ਨੂੰ ਵੱਡਾ ਕਰਦੇ ਨੇ। ਨਹੀਂ, ਮੀਟਿੰਗ ਪਹਿਲਾਂ ਹੋਈ ਸੀ ਗੋਲਡੀ ਜੀ, ਮੀਟਿੰਗ 9 ਤਰੀਕ ਨੂੰ ਹੋਈ ਸੀ ਸੀਐਮ ਸਾਹਿਬ ਦੇ ਨਾਲ। ਸੀਐਮ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਾਂਚ ਕਰਾਉਣੀ ਹੈ, ਉਹਨਾਂ ਨੇ ਰਿਪੋਰਟ ਵੀ ਮੰਗੀ ਸੀ ਚੀਫ ਸੈਕਟਰੀ ਤੋਂ, ਪਰ ਉਸ ਦੇ ਬਾਵਜੂਦ ਕਾਲ ਦਿੱਤੀ ਗਈ ਸਮੂਹਿਕ ਛੁੱਟੀ ਦੀ, ਔਰ ਗੱਲ ਆ ਗਈ ਜਨਤਾ ਦੀ ਪਰੇਸ਼ਾਨੀ ਤੇ। ਕਿਸ ਅਫਸਰ ਤੇ ਕੀ ਇਲਜ਼ਾਮ ਲੱਗੇ ਨੇ, ਕਿਸ ਅਫਸਰ ਤੋਂ ਕੀ ਫੜਿਆ ਗਿਆ, ਵਿਜੀਲੈਂਸ ਕੀ ਕਾਰਵਾਈ ਕਰ ਰਹੀ ਹੈ, ਇਹ ਸੈਪਰੇਟ ਇਸ਼ੂ ਨੇ ਬਿਟਵੀਨ ਸਰਕਾਰ ਜਾਂ ਬਿਟਵੀਨ ਵਿਜੀਲੈਂਸ ਔਰ ਬਿਟਵੀਨ ਆਫੀਸਰਸ। ਪਰ ਸਭ ਤੋਂ ਵੱਡੀ ਗੱਲ ਕੀ ਤੁਸੀਂ ਨਹੀਂ ਸਮਝਦੇ ਵੀ ਆਮ ਜਨਤਾ ਦੀ ਜਿਹੜੀ ਪਰੇਸ਼ਾਨੀ ਹੈ ਉਸਦੀ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਬਰਾੜ ਸਾਹਿਬ, ਇੱਕ ਚੀਜ਼ ਮੈਂ ਕਹਿਣੀ ਚਾਹਣਾ, ਅੱਜ ਦੇਖੋ ਕੋਈ ਆਈਐਸ ਕੋਈ ਪੀਸੀਐਸ ਜਿੰਨੇ ਵੀ ਨੇ, ਦੇਖੋ ਕੋਈ ਕਰਪਸ਼ਨ ਕਰਦਾ। ਅੱਜ ਦੇ ਟਾਈਮ 'ਚ ਡੈਮੋਕ੍ਰੇਸੀ ਦਾ ਸਿਸਟਮ ਹੈ। ਅੱਜ ਜਿੱਥੇ ਅਫਸਰ ਜ਼ਿੰਮੇਵਾਰ ਨੇ, ਜੇ ਲੀਡਰ ਜ਼ਿੰਮੇਵਾਰ ਹੈ, ਅੱਜ ਹਰ ਬੰਦਾ ਕਹਿੰਦਾ ਲੀਡਰ ਕਰਪਸ਼ਨ ਕਰਦਾ ਹੈ, ਇਹ 'ਚ ਕੋਈ ਡਾਊਟ ਨਹੀਂ ਕਿ ਅਫਸਰ ਵੀ ਉਹਦੇ 'ਚ ਬਾਕਾਇਦਾ ਜ਼ਿੰਮੇਵਾਰ ਨੇ ਇਸ ਚੀਜ਼ ਦੇ। ਪਰੰਤੂ ਗੱਲ ਇੱਥੇ ਮੁੱਕਦੀ ਕਿੱਥੇ ਆ ਕੇ 9 ਤਰੀਕ ਨੂੰ ਮੀਟਿੰਗ ਕਰ ਲਈ, ਮੀਟਿੰਗ ਦਾ ਹੱਲ ਕੀ ਕੀਤਾ? ਮੁੱਖ ਮੰਤਰੀ ਮੀਟਿੰਗ ਕਰ ਰਹੇ ਤਾਂ ਹੱਲ ਕਿਉਂ ਨਹੀਂ ਕਰ ਰਹੇ? ਦੂਜੀ ਗੱਲ, ਜਦੋਂ ਇਹਨਾਂ ਨੇ ਕੀ ਕੀਤਾ ਕਿ ਅਸੀਂ ਇਹਨੂੰ ਫਿਰ ਮੁੱਦਾ ਉਛਾਲੀਏ, ਵੱਡਾ ਬਣੂਗਾ, ਮੁੱਦੇ ਦੇ ਵਿੱਚ ਕਰਨਾ ਆਹੀ ਕੁਛ ਸੀ ਕਿ ਇਹ ਉਦੀ ਮੀਟਿੰਗ 'ਚ ਕਰ ਦਿੰਦੇ, ਐਡੀ ਦੂਰ ਗੱਲ ਹੀ ਨਹੀਂ ਜਾਣੀ ਸੀ। ਮਸਲਾ ਕੀ ਹੈ ਕਿ ਉਹਨੂੰ ਪੰਜਾਬ ਲੈਵਲ ਤੇ ਉਭਾਰਿਆ, ਫਿਰ ਇੱਕ ਚਿੱਠੀ ਕੱਟੀ, ਫਿਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ, ਫਿਰ ਉਹਨਾਂ ਨੂੰ ਬੁਲਾ ਕੇ ਫਿਰ ਬਿਠਾ ਕੇ ਗੱਲ ਕਹੀ ਕਿ ਨਹੀਂ ਜੀ ਆਹ ਚੀਜ਼ ਅਸੀਂ ਜਿਹੜੀ ਐਸਓਪੀ ਦੀ ਅੱਜ ਗੱਲ ਕਰਦੇ ਹੋ, ਜੇ ਉੱਤੇ ਕਰ ਲੈਂਦੇ ਕੰਮ ਹੀ ਮੁੱਕ ਜਾਂਦਾ। ਗੱਲ ਇਹ ਹੈ ਕਿ ਇੱਕ ਬੈਲੂਨ ਬਣਾਇਆ ਜਾਂਦਾ ਹੈ। ਜਸਵਿੰਦਰ ਜੀ ਠੀਕ ਹੈ, ਜਸਵਿੰਦਰ ਜੀ ਤੁਹਾਡਾ ਪ੍ਰਤੀਕਰਮ, ਫਿਰ ਮੈਂ ਗਰਗ ਸਾਹਿਬ ਤੋਂ ਜਵਾਬ ਲੈਣੇ, ਇਕੱਠੇ ਬਹੁਤ ਸਾਰੇ ਹੋ ਗਏ। ਵਿਜੇਪਾਲ ਜੀ, ਸਾਡਾ ਜਿਹੜਾ ਲੋਕਤੰਤਰ ਹੈ ਇਹਦੇ 3 ਥੰਮ ਹੈ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਚੌਥਾ ਥੰਮ ਸਾਡਾ ਮੀਡੀਆ ਦਾ ਹੈ, ਜਿਹਨੇ ਇਹ ਸਾਰੇ ਸਾਡੇ ਥੰਮਾਂ ਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਣਾ ਹੁੰਦਾ ਹੈ। ਔਰ ਜਿਹੜਾ ਸਭ ਤੋਂ ਮਹੱਤਵਪੂਰਨ ਹੈ ਉਹ ਸਾਡੀ ਜਿਹੜੀ ਵਿਧਾਨ ਪਾਲਿਕਾ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ, ਕਿਉਂਕਿ ਲੋਕ ਪੱਕੀ ਫੈਸਲੇ ਉਸ ਸਰਕਾਰ ਨੇ ਲੈਣੇ ਹੁੰਦੇ ਆ। ਔਰ ਜੇ ਕਿਤੇ ਜਿਸ ਤਰ੍ਹਾਂ ਹੁਣ ਆਪਾਂ ਚਰਚਾ ਕਰ ਰਹੇ ਹਾਂ ਕਿ ਟਕਰਾਅ ਪੈਦਾ ਹੋਇਆ ਪੀਸੀਐਸ ਆਫੀਸਰਾਂ ਦੇ ਵਿੱਚ, ਆਈਐਸ ਆਫੀਸਰਸ ਤੇ ਸਾਡੀ ਵਿਜੀਲੈਂਸ ਦੇ ਵਿੱਚ, ਉਸ ਟਕਰਾਅ ਦੇ ਵਿੱਚ ਕਿਉਂਕਿ ਜਿਹੜੀ ਸਰਕਾਰ ਹੈ ਸਾਡੀ ਲੋਕਾਂ ਦੀ ਚੁਣੀ ਹੋਈ, ਉਹ ਮਾਈ ਬਾਪ ਹੁੰਦੀ ਹੈ। ਔਰ ਉਹ ਮਾਈ ਬਾਪ ਸਾਡੇ ਆਫੀਸਰ ਸਾਹਿਬਾਨ ਦੀ ਵੀ ਹੈ, ਆਮ ਲੋਕਾਂ ਦੀ ਵੀ ਹੈ ਤੇ ਵਿਜੀਲੈਂਸ ਦੀ ਵੀ ਹੈ। ਉਹਨਾਂ ਨੇ ਬੈਠ ਕੇ ਇਹ ਫੈਸਲੇ ਕਰਨੇ ਹੁੰਦੇ ਆ। ਔਰ ਇਹ ਜਿਹੜੀ ਸਰਕਾਰ ਸਹੀ ਢੰਗ ਨਾਲ ਚੱਲ ਨਹੀਂ ਰਹੀ, ਲੋਕਤੰਤਰ ਸਾਰੇ ਜਿਹੜੇ ਇਹਦੇ ਤਾਲਮੇਲ ਬਹੁਤ ਘੱਟ ਹੈ, ਤਾਲਮੇਲ ਦੀ ਬਹੁਤ ਘਾਟ ਹੈ। ਔਰ ਇਸ ਕਰਕੇ ਇਹ ਸਰਕਾਰ ਸਹੀ ਢੰਗ ਨਾਲ ਚੱਲ ਨਹੀਂ ਰਹੀ। 9 ਸਾਲਾਂ ਦੇ ਵਿੱਚ 9 ਮਹੀਨਿਆਂ ਦੇ ਵਿੱਚ ਜਿਹੜੀ ਇਹ ਸਰਕਾਰ ਹੈ, ਸਭ ਤੋਂ ਜ਼ਿਆਦਾ ਸਫ਼ਰ ਜਿਹੜਾ ਕੀਤਾ ਉਹ ਆਮ ਲੋਕਾਂ ਨੇ ਕੀਤਾ ਹੈ, ਕਿਉਂਕਿ ਤਾਲਮੇਲ ਦੀ ਘਾਟ ਹੈ। ਅੱਜ ਤਾਂ ਆਪਾਂ ਚਰਚਾ ਇਕੱਲੇ ਪੀਸੀਐਸ ਆਫੀਸਰ ਤੇ ਆਈਏਐਸ ਆਫੀਸਰ ਦੇ ਕਰ ਰਹੇ ਹਾਂ, ਪਰ ਇਸ ਤੋਂ ਪਹਿਲਾਂ ਸਾਡੇ ਜਿਹੜੇ ਪੰਚਾਇਤ ਸਰਕਾਰ ਦੀ ਸਖਤੀ ਦੀ ਵੀ ਕਰ ਰਹੇ ਹਾਂ। ਆਪਾਂ ਜਸਵਿੰਦਰ ਜੀ ਚਰਚਾ ਮੁੱਖ ਮੰਤਰੀ ਵੱਲੋਂ ਕੀਤੀ ਸਖਤੀ ਦੀ ਵੀ ਕਰ ਰਹੇ ਹਾਂ, ਮੁੱਖ ਮੰਤਰੀ ਵੱਲੋਂ ਦਿੱਤੇ ਸੰਦੇਸ਼ ਦੀ ਵੀ ਕਰ ਰਹੇ ਹਾਂ, ਔਰ ਆਪਾਂ ਚਰਚਾ ਇਹ ਵੀ ਕਰ ਰਹੇ ਹਾਂ ਕਿ ਆਮ ਲੋਕਾਂ ਦੀ ਜਿਹੜੀ ਸਹੂਲੀਅਤ ਹੈ, ਕੀ ਉਸ ਨੂੰ ਸਭ ਤੋਂ ਮੂਹਰੇ ਰੱਖਣਾ ਜ਼ਰੂਰੀ ਨਹੀਂ? ਆਮ ਲੋਕਾਂ ਦੀ ਸਹੂਲਤ ਦੀ ਆਪਾਂ ਗੱਲ ਕਰ ਰਹੇ ਹਾਂ ਜੀ। ਦੇਖੋ ਇਹ ਹੈ ਕਿ ਸਰਕਾਰ ਚਲਾਉਣੀ ਹੈ ਪੂਰੀ, ਇਹ ਨਹੀਂ ਕਿ ਅਸੀਂ ਇਕੱਲਾ ਜਿਹੜਾ ਭ੍ਰਿਸ਼ਟਾਚਾਰ ਰੋਕਣ ਤੇ ਜ਼ੋਰ ਦੇ ਦਈਏ ਤੇ ਬਾਕੀ ਲੋਕਾਂ ਨੂੰ ਅਸੀਂ ਮਾਰ ਦਈਏ। ਫੇਰ ਕੀ ਕਰਨਾ ਇਹੋ ਜੀ ਸਰਕਾਰ ਨੂੰ? ਇਕੱਲੀ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਕੰਮ ਕਰੀ ਜਾਈਏ ਤੇ ਲੋਕੀ ਆ ਕੇ ਸਾਨੂੰ ਮਾਰੀ ਜਾਣ, ਲੁੱਟੀ ਜਾਣ, ਆਮ ਲੋਕਾਂ ਦੇ ਕੰਮ ਨਾ ਹੋਣ, ਆਮ ਲੋਕਾਂ ਦੇ ਜਿਹੜੇ ਰੁਜ਼ਗਾਰ ਉਹ ਬੰਦ ਹੋ ਜਾਣ। ਅੱਜ ਜਿਹੜਾ ਦਿਹਾੜੀਦਾਰ ਬੰਦਾ ਹੈ ਉਹਦੀ ਦਿਹਾੜੀ ਨਹੀਂ ਲੱਗ ਰਹੀ, ਜਿਹੜਾ ਕੋਈ ਮਿਸਤਰੀ ਹੈ ਉਹਦੀ ਦਿਹਾੜੀ ਨਹੀਂ ਲੱਗ ਰਹੀ, ਜਿਹੜੇ ਨਿਰਮਾਣ ਮਜ਼ਦੂਰ ਹੈ, ਨਿਰਮਾਣ ਸਮੱਗਰੀ ਵੇਚਣ ਵਾਲੇ, ਜਿਹੜੇ ਸਾਡੇ ਬਿਲਡਿੰਗ ਮਟੀਰੀਅਲ ਵਾਲੇ ਲੋਕ ਹੈ, ਉਹ ਸਾਰੇ ਵਿਹਲੇ ਬੈਠੇ ਆ। ਇਹ ਸਾਰਾ ਕੁਝ ਸਰਕਲ ਘੁੰਮਣਾ ਹੁੰਦਾ ਹੈ ਬਾਜ਼ਾਰ ਦੇ ਵਿੱਚ, ਤੇ ਸਾਡਾ ਬਾਜ਼ਾਰ ਬਿਲਕੁਲ ਠੰਡਾ ਹੈ। ਤੁਸੀਂ ਵਪਾਰੀਆਂ ਨੂੰ ਪੁੱਛ ਕੇ ਦੇਖੋ, ਛੋਟੇ ਵਪਾਰੀਆਂ ਨੂੰ ਪੁੱਛ ਕੇ ਦੇਖੋ, ਉਹਨਾਂ ਦਾ ਜਿਹੜਾ ਬੰਦਾ ਉਹਦਾ ਅਸਰ ਕਿਹਦੇ ਤੇ ਹੋਣਾ ਹੈ? ਉਹਦਾ ਅਸਰ ਹੋਣਾ ਸਰਕਾਰ ਤੇ, ਸਰਕਾਰ ਦੇ ਰੈਵਨਿਊ ਤੇ। ਠੀਕ ਹੈ, ਅਸਲ ਦੇ ਵਿੱਚ ਇੱਕ ਸੈਕਿੰਡ ਜਸਵਿੰਦਰ ਜੀ,
ਇਹ ਇੱਕ ਸੈਕਿੰਡ ਮੇਰੀ ਗੱਲ ਸੁਣਿਓ ਮਾੜੀ ਜੀ। ਅਸਲ ਦੇ ਵਿੱਚ ਕੀ ਹੈ, ਇੱਕ ਟ੍ਰੈਂਡ ਜਦੋਂ ਬਣ ਜਾਂਦਾ ਹੈ, ਇੱਕ ਕਲਚਰ ਜਦੋਂ ਬਣ ਜਾਂਦਾ ਹੈ। ਮੈਂ ਛੋਟੀ ਜੀ ਉਦਾਹਰਨ ਦਿੰਦਾ। ਕੱਲ ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ, ਜਿਹੜੇ ਕਿਸਾਨ ਪ੍ਰੋਟੈਸਟ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ ਰੇਲਾਂ ਰੋਕਣੀਆਂ, ਸੜਕਾਂ ਰੋਕਣੀਆਂ ਅੱਜ ਕੱਲ ਟ੍ਰੈਂਡ ਬਣ ਚੁੱਕਿਆ ਹੈ। ਗੱਲ ਆਪਾਂ ਤਰੀਕਿਆਂ ਦੀ ਕਰਦੇ ਹਾਂ। ਕੱਲਾ ਇਹ ਨਹੀਂ ਹੈ ਕਿ ਪੀਸੀਐਸ ਅਫਸਰਾਂ ਦੇ ਨਾਲ ਮਸਲਾ ਹੋ ਗਿਆ ਤੇ ਆਪਾਂ ਉਸ ਤੇ ਬੈਠ ਗਏ ਔਰ ਉਸੇ ਤੇ ਹੀ ਚਰਚਾ ਕਰੀ ਜਾਈਏ ਕਿ ਅਫਸਰ ਨੂੰ ਫੜਿਆ ਨਹੀਂ ਫੜਿਆ, ਗਲਤ ਹੈ ਸਹੀ ਹੈ। ਗੱਲ ਤੇ ਇਹ ਹੈ ਕਿ ਇੱਕ ਟ੍ਰੈਂਡ ਜਿਸ ਤਰੀਕੇ ਦੇ ਸੈੱਟ ਹੋ ਰਹੇ ਨੇ, ਚਾਹੇ ਕਿਸਾਨਾਂ ਦੀ ਗੱਲ ਸੀ, ਜਿਸ ਦਿਨ ਉਹਨਾਂ ਨੇ ਸੜਕਾਂ ਰੋਕੀਆਂ, ਅਸੀਂ ਲਗਾਤਾਰ 2-3 ਦਿਨ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹੇ। ਜਿਹੜੇ ਸੜਕਾਂ ਤੇ ਜਾਂਦੇ ਸੀ ਉਹ ਖੱਜਲ ਖੁਆਰ ਹੁੰਦੇ ਰਹੇ, ਉਹਨਾਂ ਦੀ ਪਰੇਸ਼ਾਨੀ ਦਿਖਾਈ। ਔਰ ਇਹ ਵੀ ਸਵਾਲ ਉਹਦੇ ਚੋਂ ਨਿਕਲ ਕੇ ਆਇਆ ਕਿ ਪ੍ਰੋਟੈਸਟ ਕਰਨ ਦੇ ਹੋਰ ਬੜੇ ਤਰੀਕੇ ਨੇ, ਪਰ ਆਮ ਲੋਕਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ। ਮੈਂ ਇੱਕ ਉਦਾਹਰਨ ਦੇ ਰਿਹਾ। ਉਸੇ ਤਰੀਕੇ ਨਾਲ ਪੀਸੀਐਸ ਅਫਸਰਾਂ ਦਾ ਜੋ ਮੁੱਦਾ ਸੀ, ਜੋ ਕੰਸਰਨਡ ਇਸ਼ੂ ਸੀ, ਉਹਨਾਂ ਨੇ ਕਿਹਾ ਕਿ ਸਾਡੇ ਕੰਸਰਨਡ ਇਸ਼ੂ ਨੇ। ਮੁੱਖ ਮੰਤਰੀ ਨਾਲ ਮੀਟਿੰਗ ਹੋ ਗਈ। ਮੁੱਖ ਮੰਤਰੀ ਨੇ ਕਹਿਤਾ ਕਿ ਸਾਨੂੰ 2-4 ਦਿਨ ਦਿਓ, ਅਸੀਂ ਇਸ ਦੇ ਵਿੱਚ ਤੁਹਾਡਾ ਮਸਲਾ ਸੌਟ ਆਊਟ ਕਰ ਦਿਆਂਗੇ। ਕੀ ਉਸ ਤੋਂ ਬਾਅਦ ਸਟ੍ਰਾਈਕ ਕਰਨਾ ਬਣਦਾ ਸੀ? ਕੀ ਉਸ ਤੋਂ ਬਾਅਦ ਲੋਕਾਂ ਦੀ ਖੱਜਲ ਖੁਆਰੀ ਬਣਦੀ ਸੀ? ਬੜਾ ਸਪਸ਼ਟ ਜਿਹਾ ਸਵਾਲ ਹੈ। ਜੇ ਤੁਸੀਂ ਐਗਰੀ ਕਰਦੇ ਹੋ ਤਾਂ ਹਾਂ ਕਹਿ ਦਿਓ। ਦੇਖੋ ਜੀ, ਲੋਕਾਂ ਦੀ ਖੱਜਲ ਖੁਆਰੀ ਦੀ ਗੱਲ ਜਿਹੜੀ ਆਪਾਂ ਪਹਿਲਾਂ ਕਿਸਾਨੀ ਧਰਨੇ ਦੀ ਤੇ ਤੁਸੀਂ ਰੋਡ ਜਾਮ ਕਰਨ ਦੀ ਕੀਤੀ ਹੈ, ਉਹ ਵੀ ਇੱਕ ਸੰਵਿਧਾਨਕ ਗੱਲ ਹੈ। ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਜੇ ਕੋਈ ਟੋਲ ਪਲਾਜ਼ੇ ਤੇ ਪਰਚੀ ਕਟਾ ਕੇ ਆ ਰਿਹਾ ਹੈ ਤੇ ਉਹਦਾ ਕੋਈ ਰੋਡ ਜਾਮ ਨਹੀਂ ਕਰ ਸਕਦਾ। ਇਹ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਔਰ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਉੱਥੇ ਵੀ ਦੋਨਾਂ ਧਿਰਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਰਕਾਰ ਦੀ, ਜਿਵੇਂ ਮੈਂ ਪਹਿਲਾਂ ਕਿਹਾ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਸੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜੇਕਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ 2 ਦਿਨ ਦਾ ਸਮਾਂ ਦਿਓ, ਬਿਲਕੁਲ ਉਹ ਜਿਹੜੀ ਪੀਸੀਐਸ ਆਫੀਸਰ ਦੀ ਯੂਨੀਅਨ ਹੈ ਉਹਨਾਂ ਨੂੰ 2 ਦਿਨ ਦਾ ਸਮਾਂ ਦੇਣਾ ਚਾਹੀਦਾ ਸੀ। ਪਰ ਜਿਹੜੀ ਇਹ ਇਕੱਲਾ ਅੱਜ ਤੱਕ ਗੱਲ ਇਹੀ ਕਰ ਰਹੇ ਨਾ, ਪਰ ਜਿਹੜੀ ਆਲ ਓਵਰ ਹੈ ਉਹ ਠੀਕ ਨਹੀਂ ਚੱਲ ਰਿਹਾ। ਸਾਰਾ ਲੋਕਾਂ ਦੇ ਸਾਹਮਣੇ ਹੈ। ਔਰ ਉਹਦੇ ਚ ਜਿਹੜਾ ਗੱਲ ਤੇ ਟ੍ਰੈਂਡ ਦੀ ਕਰ ਰਹੇ ਆ। ਗੱਲ ਸਾਹਿਬ ਠੀਕ ਹੈ, ਆਪਾਂ ਅੱਗੇ ਜਾਵਾਂਗੇ।